हाँ जी बेटे, ਹੁਣ ਆਪਾਂ ਆਪਣੇ ਐਮਓਪੀ ਦਾ ਸੈਕੰਡ ਚੈਪਟਰ ਦਫ਼ਤਰ ਦੇ ਕਾਰਜ ਯਾਨੀ ਫੰਕਸ਼ਨਸ ਆਫ ਆਫਿਸ ਆਫਿਸ ਕੀ ਕੰਮ ਕਰਦਾ ਇਹਦੇ ਬਾਰੇ ਆਪਾਂ ਪੜਾਂਗੇ ਵੀ ਆਫਿਸ ਕੀ ਕੱਲੀਆਂ ਸੂਚਨਾਵਾਂ ਇਕੱਤਰ ਕਰਦਾ ਕੀ ਇਕੱਲੀ ਇਨਫੋਰਮੇਸ਼ਨ ਹੀ ਇਹਦੇ ਵਿੱਚ ਇਕੱਤਰ ਕੀਤੀ ਜਾਂਦੀ ਹੈ ਕਿ ਹੋਰ ਵੀ ਬਹੁਤ ਸਾਰੇ ਕੰਮ ਨੇ ਜਿਹੜੇ ਕਿ ਇੱਕ ਆਫਿਸ ਕਰਦਾ ਹੈ। ਆਫਿਸ ਜਿਹੜਾ ਹੈ ਇੱਕ ਕੱਲੇ ਦਫ਼ਤਰੀ ਕੰਮ ਹੀ ਕਰਦਾ ਹੈ ਜਾਂ ਸਾਰੇ ਸਿਸਟਮ ਨੂੰ ਮੈਨੇਜ ਕਰਦਾ ਹੈ। ਇਹਦੇ ਬਾਰੇ ਆਪਾਂ ਅੱਜ ਵਿਸਥਾਰ ਨਾਲ ਕਰਾਂਗੇ ਵੀ ਦਫ਼ਤਰ ਜਿਹੜਾ ਹੁੰਦਾ ਹੈ, ਆਫਿਸ ਜਿਹੜਾ ਹੁੰਦਾ ਹੈ, ਕਿਸੇ ਵੀ ਅਦਾਰੇ ਦਾ, ਕਿਸੇ ਵੀ ਕੰਪਨੀ ਦਾ ਜਾਂ ਜਿਹੜੇ ਵੀ ਵੱਡੇ ਵੱਡੇ ਤੁਸੀਂ ਆਫਿਸਿਸ ਦੇਖਦੇ ਹੋ ਉਹ ਕੀ ਕੰਮ ਕਰਦੇ ਨੇ, ਉਹਨਾਂ ਦਾ ਕੰਮ ਕੀ ਕੰਮ ਹੁੰਦੇ ਨੇ, ਉਹਨਾਂ ਨੂੰ ਅੱਜ ਆਪਾਂ ਵਿਸਥਾਰ ਨਾਲ ਪੜਾਂਗੇ। ਕਿਸੇ ਵੀ ਦਫ਼ਤਰ ਦਾ ਸਭ ਤੋਂ ਵੱਡਾ ਕੰਮ ਹੁੰਦਾ ਹੈ ਸੂਚਨਾ ਜਾਂ ਇਨਫੋਰਮੇਸ਼ਨ ਨੂੰ ਕਲੈਕਟ ਕਰਨਾ, ਉਸ ਨੂੰ ਸੰਭਾਲਣਾ ਤੇ ਲੋੜ ਪੈਣ ਤੇ ਉਸ ਇਨਫੋਰਮੇਸ਼ਨ ਨੂੰ ਜੋ ਕਿ ਪ੍ਰਬੰਧਕ ਨੇ, ਜੋ ਉਸ ਆਫਿਸ ਜਾਂ ਉਸ ਕੰਪਨੀ ਨੂੰ ਮੈਨੇਜ ਕਰ ਰਹੇ ਨੇ, ਉਹਨਾਂ ਨੂੰ ਉਪਲਬਧ ਕਰਾਉਣਾ। ਹਰ ਕਿਸਮ ਦੇ ਵਪਾਰ ਜਾਂ ਕਾਰੋਬਾਰ ਲਈ ਦਫ਼ਤਰ ਦੀ ਹੋਂਦ, ਇਸ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਮੈਨੇਜਮੈਂਟ ਦੀ ਪ੍ਰਕਿਰਿਆ ਦੇ ਵਿੱਚ ਜਿਹੜੇ ਉਸ ਵਪਾਰ ਨੂੰ ਮੈਨੇਜ ਕਰ ਰਹੇ ਨੇ ਹਰ ਸਮੇਂ ਉਹਨਾਂ ਨੂੰ ਕੋਈ ਨਾ ਕੋਈ ਫੈਸਲੇ ਲੈਣ ਦੀ ਲੋੜ ਪੈਂਦੀ ਹੈ। ਜਿਹੜੇ ਫੈਸਲੇ ਉਹਨਾਂ ਨੇ ਲੈਣੇ ਹੁੰਦੇ ਨੇ ਉਹ ਸੂਚਨਾ ਦੇ ਆਧਾਰ ਤੇ ਹੀ ਲਏ ਜਾਂਦੇ। ਇਹ ਜਿਹੜੀ ਇਨਫੋਰਮੇਸ਼ਨ ਕਲੈਕਟ ਕੀਤੀ ਜਾਂਦੀ ਹੈ ਇਹ ਉਹਨਾਂ ਨੂੰ ਆਪਣੇ ਉਦੇਸ਼ਾਂ ਦੀ ਪੂਰਤੀ ਲਈ ਅਤੇ ਠੀਕ ਫੈਸਲਿਆਂ ਨੂੰ ਲੈਣ ਦੇ ਵਿੱਚ ਮਦਦ ਕਰਦੀ ਕਿਉਂਕਿ ਪ੍ਰਬੰਧਕੀ ਜਿਹੜੇ ਫੈਸਲੇ ਨੇ, ਜਿੰਨੇ ਵੀ ਫੈਸਲੇ ਉਸ ਵਪਾਰ ਨੂੰ ਵਧਾਉਣ ਵਾਸਤੇ ਜਾਂ ਵਪਾਰ ਨੂੰ ਹੋਰ ਵੱਡਾ ਕਰਨ ਵਾਸਤੇ ਜਾਂ ਵਪਾਰ ਨੂੰ ਵਧੀਆ ਢੰਗ ਨਾਲ ਚਲਾਉਣ ਵਾਸਤੇ ਲਏ ਜਾਂਦੇ ਨੇ, ਉਹਦੇ ਵਿੱਚ ਇਸ ਇਨਫੋਰਮੇਸ਼ਨ ਦੀ, ਇਹਨਾਂ ਅੰਕੜਿਆਂ ਦੀ ਬੜੀ ਵੱਡੀ ਭੂਮਿਕਾ ਹੁੰਦੀ। ਯਾਨੀ ਕਿ ਦਫ਼ਤਰ ਜਿਹੜਾ ਹੈ, ਆਫਿਸ ਜਿਹੜਾ ਹੈ, ਪ੍ਰਬੰਧਕਾਂ ਨੂੰ ਬਹੁਮੁੱਲੀਆਂ ਸੇਵਾਵਾਂ ਦਿੰਦਾ ਹੈ ਜਿਹੜੀਆਂ ਕਿ ਹਰ ਪੱਖ ਤੋਂ ਬਹੁਤ ਜ਼ਿਆਦਾ ਜ਼ਰੂਰੀ ਹੁੰਦੀਆਂ ਹਨ। ਇੱਕ ਆਫਿਸ ਦੀਆਂ ਨੇਚਰ ਆਫ ਦਾ ਆਫਿਸ ਜਾਂ ਆਫਿਸ ਦੇ ਫੰਕਸ਼ਨਸ ਦੀਆਂ ਵਿਸ਼ੇਸ਼ਤਾਵਾਂ ਕੀ ਹਨ? ਦਫ਼ਤਰ ਦਾ ਕੰਮ ਇੱਕ ਕਲਾ ਹੈ। ਆਫਿਸ ਵਰਕ ਇਜ਼ ਐਨ ਆਰਟ। ਯਾਨੀ ਦਫ਼ਤਰ ਦੇ ਵਿੱਚ ਹਰ ਕੰਮ ਨੂੰ, ਹਰ ਸੂਚਨਾ ਨੂੰ ਇਕੱਤਰ ਕਰਨਾ, ਸੰਭਾਲਣਾ, ਉਹਦੀ ਫਾਈਲਿੰਗ ਕਰਨੀ, ਉਹਨੂੰ ਰਿਕਾਰਡ ਨੂੰ ਚੰਗੀ ਤਰ੍ਹਾਂ ਮੇਨਟੇਨ ਕਰਨਾ, ਹਰ ਕੰਮ ਇੱਕ ਕਲਾ ਹੈ। ਯਾਨੀ ਜੇ ਉਸ ਕੰਮ ਨੂੰ ਬੜੇ ਵਧੀਆ ਢੰਗ ਨਾਲ, ਮੁਹਾਰਤ ਨਾਲ ਕੀਤਾ ਜਾਵੇ ਤਾਂ ਹੀ ਉਸ ਦਾ ਫਾਇਦਾ ਹੁੰਦਾ ਹੈ, ਅਦਰਵਾਈਜ਼ ਉਸ ਦਾ ਫਾਇਦਾ ਨਹੀਂ ਹੁੰਦਾ। ਯਾਨੀ ਹਰ ਵਿਅਕਤੀ ਜਿਹੜਾ ਹੈ ਉਹ ਦਫ਼ਤਰ ਦੇ ਕੰਮ ਨੂੰ ਵਧੀਆ ਢੰਗ ਨਾਲ ਨਹੀਂ ਕਰ ਸਕਦਾ। ਦਫ਼ਤਰ ਦਾ ਕੰਮ ਕਰਨਾ ਇੱਕ ਕਲਾ ਦੀ ਤਰ੍ਹਾਂ ਹੈ, ਇੱਕ ਆਰਟ ਹੈ। ਦਫ਼ਤਰ ਦੇ ਵਿੱਚ ਸੂਚਨਾਵਾਂ ਇਕੱਠੀਆਂ ਕੀਤੀਆਂ ਜਾਂਦੀਆਂ ਹਨ, ਉਹਨਾਂ ਨੂੰ ਫਿਰ ਸੰਭਾਲਿਆ ਜਾਂਦਾ ਹੈ, ਲੋੜ ਪੈਣ ਤੇ ਉਪਲਬਧ ਕਰਵਾਇਆ ਜਾਂਦਾ ਹੈ। ਹਰ ਤਰ੍ਹਾਂ ਦੀ ਸੂਚਨਾ ਜਿਹੜੀ ਵੀ ਪ੍ਰਬੰਧਕਾਂ ਦੁਆਰਾ ਮੰਗੀ ਜਾਂਦੀ ਹੈ ਉਹਨੂੰ ਸਮੇਂ ਸਿਰ ਉਸੇ ਵੇਲੇ ਦੇਣਾ, ਉਹ ਆਪਾਂ ਤਾਂ ਹੀ ਪੋਸੀਬਲ ਹੁੰਦਾ ਹੈ ਜੇ ਆਪਾਂ ਬੜੇ ਵਧੀਆ ਢੰਗ ਨਾਲ ਆਫਿਸ ਨੂੰ ਮੈਨੇਜ ਕੀਤਾ ਹੋਵੇ। ਵਪਾਰ ਲਈ ਦਫ਼ਤਰੀ ਕੰਮ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਦੂਜੀ ਇਹਦੀ ਵਿਸ਼ੇਸ਼ਤਾ ਕੀ ਹੈ? ਕਿਉਂਕਿ ਆਪਾਂ ਨੂੰ ਪਤਾ ਹੈ ਇਹਦੇ ਤੋਂ ਬਿਨਾਂ ਵਪਾਰ ਜਿਹੜਾ ਤਰੱਕੀ ਨਹੀਂ ਕਰ ਸਕਦਾ। ਵਪਾਰ ਦੇ ਸਾਰੇ ਕੰਮਕਾਰ ਨੂੰ ਔਰ ਵੱਖ-ਵੱਖ ਵਿਭਾਗਾਂ ਦੇ ਵਿੱਚ ਤਾਲਮੇਲ, ਸੰਚਾਰ ਬਣਾਉਣ ਲਈ ਬਾਹਰਲੀਆਂ ਧਿਰਾਂ ਨਾਲ, ਜਿਹੜੀਆਂ ਕਿ ਉਸ ਅਦਾਰੇ ਦੇ ਨਾਲ ਜਾਂ ਉਸ ਕੰਪਨੀ ਦੇ ਨਾਲ ਜੁੜੀਆਂ ਹਨ, ਉਹਨਾਂ ਦਾ ਸਾਰਾ ਰਿਕਾਰਡ ਇਹਨਾਂ ਕੋਲੇ ਹੁੰਦਾ ਹੈ। ਜੋ ਨੀਚੇ ਉਹਨਾਂ ਦੇ ਵਿਅਕਤੀ ਕੰਮ ਕਰ ਰਹੇ ਹਨ ਉਹਨਾਂ ਦਾ ਸਾਰਾ ਰਿਕਾਰਡ ਇਹਨਾਂ ਕੋਲ ਹੁੰਦਾ ਹੈ। ਤਾਂ ਇਹਨਾਂ ਦੇ ਵਿੱਚ ਆਪਸੀ ਤਾਲਮੇਲ ਬਣਾਉਣ ਦਾ ਕੰਮ ਤੇ ਵਪਾਰ ਨੂੰ ਹੋਰ ਅੱਗੇ ਲਿਜਾਣ ਦਾ ਕੰਮ ਆਫਿਸ ਹੀ ਕਰਦਾ ਹੈ। ਦਫ਼ਤਰ ਪ੍ਰਬੰਧ ਇੱਕ ਅਨੁਸ਼ਾਸਨ ਹੈ। ਯਾਨੀ ਇੱਕ ਬੜੇ ਵਧੀਆ ਅਨੁਸ਼ਾਸਿਤ ਢੰਗ ਨਾਲ ਜੇ ਦਫ਼ਤਰ ਨੂੰ ਚਲਾਇਆ ਜਾਂਦਾ ਹੈ ਤਾਂ ਹੀ ਵਪਾਰ ਨੂੰ ਜਿਹੜਾ ਹੈ ਉਹ ਫਾਇਦਾ ਮਿਲਦਾ ਹੈ। ਕਿਉਂਕਿ ਜਿੰਨਾ ਹੀ ਆਫਿਸ ਵਧੀਆ ਢੰਗ ਨਾਲ ਮੈਨੇਜ ਕੀਤਾ, ਯਾਨੀ ਆਫਿਸ ਦਾ ਰਿਕਾਰਡ, ਹਰ ਚੀਜ਼ ਲੋੜ ਪੈਣ ਤੇ ਉਪਲਬਧ ਹੋਵੇ, ਹਰ ਚੀਜ਼ ਦਾ ਲੇਖਾ ਜੋਖਾ, ਹਰ ਚੀਜ਼ ਦਾ ਰਿਕਾਰਡ ਮੇਨਟੇਨ ਹੋਵੇ, ਤਾਂ ਹਰ ਚੀਜ਼ ਸਿਸਟਮੈਟਿਕ ਢੰਗ ਨਾਲ ਅਰੇਂਜ ਕੀਤੀ ਹੋਵੇ, ਤਾਂ ਹੀ ਜਿਹੜਾ ਹੈ ਵਪਾਰ ਤਰੱਕੀ ਵੱਲ ਜਾ ਸਕਦਾ ਹੈ। ਯਾਨੀ ਆਫਿਸ ਦਾ ਪ੍ਰਬੰਧ ਚਲਾਉਣਾ ਇੱਕ ਪੂਰੀ ਤਰ੍ਹਾਂ ਨਾਲ ਅਨੁਸ਼ਾਸਿਤ ਪ੍ਰਕਿਰਿਆ ਹੈ।
ਹੁਣ ਬੇਟੇ ਅੱਗੇ ਗੱਲ ਆ ਜਾਂਦੀ ਹੈ ਜਿਹੜੇ ਆਫਿਸ ਦੇ ਕੰਮ ਨੇ, ਯਾਨੀ ਫੰਕਸ਼ਨਸ ਆਫ ਆਫਿਸ, ਫੰਕਸ਼ਨਸ ਆਫ ਐਨ ਆਫਿਸ, ਦਫ਼ਤਰ ਦੇ ਕਾਰਜ ਕਹਿ ਲਓ, ਕੰਮ ਕਹਿ ਲਓ, ਇਹਨਾਂ ਨੂੰ ਮੋٹے-ਮੋٹے ਦੋ ਭਾਗਾਂ ਦੇ ਵਿੱਚ ਵੰਡਿਆ ਜਾ ਸਕਦਾ ਹੈ। ਪ੍ਰਾਇਮਰੀ ਫੰਕਸ਼ਨਸ ਤੇ ਸੈਕੰਡਰੀ ਫੰਕਸ਼ਨ, ਯਾਨੀ ਪੰਜਾਬੀ ਦੇ ਵਿੱਚ ਆਪਾਂ ਕਹਿ ਲਈਏ ਮੁੱਢਲੇ ਕੰਮ ਜਾਂ ਮੂਲ ਕੰਮ ਜਿਹੜੇ ਕਿ ਹਰ ਆਫਿਸ ਕਰਦਾ ਹੀ ਹੈ, ਤੇ ਦੂਜੇ ਸੈਕੰਡਰੀ ਕੰਮ ਜਾਂ ਦਵਿਤੀਏ ਕਾਰਜ। ਤਾਂ ਮੁੱਢਲੇ ਕੰਮ ਕੀ ਨੇ? ਸਭ ਤੋਂ ਪਹਿਲਾ ਕੰਮ ਹੈ ਸੂਚਨਾ ਪ੍ਰਾਪਤ ਕਰਨੀ ਅਤੇ ਇਕੱਠੀ ਕਰਨੀ, ਯਾਨੀ ਕਿਸੇ ਵੀ ਦਫ਼ਤਰ ਲਈ ਠੀਕ ਅਤੇ ਪੂਰੀ ਸੂਚਨਾ ਨੂੰ ਪ੍ਰਾਪਤ ਕਰਨਾ, ਇਕੱਠਾ ਕਰਨਾ ਬਹੁਤ ਜ਼ਰੂਰੀ ਹੈ। ਇਹ ਉਸ ਦਾ ਮੁੱਢਲਾ ਕੰਮ ਹੈ। ਇਹ ਸੂਚਨਾ ਯਾਨੀ ਮੌਖਿਕ ਵੀ ਹੋ ਸਕਦੀ ਹੈ ਔਰ ਲਿਖਤੀ ਵੀ, ਯਾਨੀ ਜ਼ਬਾਨੀ ਵੀ ਆਪਾਂ ਫੋਨ ਤੇ ਈਮੇਲ ਰਾਹੀਂ ਜਾਂ ਆਪਾਂ ਕਿਸੇ ਨਾਲ ਗੱਲਬਾਤ ਕਰਕੇ ਵੀ ਸੂਚਨਾ ਲੈ ਸਕਦੇ ਹਾਂ, ਤੇ ਰਿਟਨ ਦੇ ਵਿੱਚ ਵੀ ਲੈ ਸਕਦੇ ਹਾਂ। ਤਾਂ ਹਰ ਚੀਜ਼ ਦਾ ਜਿਹੜਾ ਹੈ ਸੂਚਨਾ ਨੂੰ ਇਕੱਠਾ ਕੀਤਾ ਜਾਂਦਾ ਹੈ। ਕੰਪਨੀ ਦੇ ਅੰਦਰੂਨੀ ਅਤੇ ਕੰਪਨੀ ਦੇ ਬਾਹਰੀ ਹਰ ਤਰ੍ਹਾਂ ਦੇ ਸਰੋਤਾਂ ਤੋਂ ਸੂਚਨਾ ਜਿਹੜੀ ਹੈ ਇਕੱਠੀ ਕੀਤੀ ਜਾਂਦੀ ਹੈ। ਅੰਦਰੂਨੀ ਯਾਨੀ ਜਿਹੜੇ ਕੰਪਨੀ ਦੇ ਵਿੱਚ ਲੋਕ ਕੰਮ ਕਰ ਰਹੇ ਨੇ ਉਹਨਾਂ ਦਾ ਵੀ ਸਾਰਿਆਂ ਦੀ ਸੂਚਨਾ ਇਹਨਾਂ ਕੋਲੇ ਹੁੰਦੀ ਹੈ। ਕਿੰਨਾ ਮਾਲ ਬਣਿਆ ਹੈ ਉਸ ਚੀਜ਼ ਦੀ ਵੀ ਸੂਚਨਾ ਆਫਿਸ ਦੇ ਵਿੱਚ ਹੁੰਦੀ ਹੈ। ਕਿੰਨਾ ਮਾਲ ਵਿਕਰੀ ਲਈ ਗਿਆ ਹੈ ਉਸ ਸਾਰੀ ਚੀਜ਼ ਦੀ ਸੂਚਨਾ ਹੁੰਦੀ ਹੈ। ਕਿੰਨਾ ਮਾਲ ਤਿਆਰ ਹੋਇਆ ਹੈ, ਰੋਜ਼ ਦੀ ਮਾਲ ਦਾ ਟਾਰਗੇਟ ਕੀ ਹੈ, ਹਰ ਚੀਜ਼ ਦੀ ਸੂਚਨਾ ਜਿਹੜੀ ਹੈ ਇਕੱਠੀ ਕੀਤੀ ਜਾਂਦੀ ਹੈ ਆਫਿਸ ਵੱਲੋਂ। ਇਸੇ ਤਰ੍ਹਾਂ ਬਾਹਰੀ ਜਿੰਨੇ ਵੀ ਗ੍ਰਾਹਕਾਂ ਤੱਕ ਸਮਾਨ ਭੇਜਿਆ ਜਾਂਦਾ ਹੈ, ਕਿੰਨਾ ਤੋਂ ਮਾਲ ਮੰਗਵਾਇਆ ਗਿਆ ਹੈ, ਕਿੰਨਾ ਦਫ਼ਤਰਾਂ ਦੇ ਨਾਲ ਤਾਲਮੇਲ ਕਰਨਾ ਹੈ, ਉੱਪਰ ਸਰਕਾਰ ਦੇ ਕੀ ਰੋਲ ਹਨ, ਯੂਨੀਅਨ ਦੇ ਨਾਲ ਤਾਲਮੇਲ ਕਰਨਾ, ਅਖਬਾਰਾਂ ਦੇ ਨਾਲ ਤਾਲਮੇਲ ਕਰਨਾ, ਇਹ ਸਾਰਿਆਂ ਤੋਂ ਹੀ ਜਿਹੜੀਆਂ ਵੀ ਸੂਚਨਾਵਾਂ ਹੁੰਦੀਆਂ ਹਨ ਉਹ ਇਕੱਠੀਆਂ ਪ੍ਰਾਪਤ ਕਰਨੀਆਂ, ਇਹ ਕਿਸੇ ਵੀ ਦਫ਼ਤਰ ਦਾ ਮੁੱਢਲਾ ਕੰਮ ਹੁੰਦਾ ਹੈ। ਅੱਗੇ ਹੈ ਇਹ ਜਿਹੜੀ ਸਾਰੀ ਸੂਚਨਾ ਹੈ ਇਸ ਦਾ ਰਿਕਾਰਡ, ਇਸ ਦਾ ਰਿਕਾਰਡ ਮੇਨਟੇਨ ਕੀਤਾ ਜਾਂਦਾ। ਪ੍ਰਾਪਤ ਕੀਤੀ ਗਈ ਸੂਚਨਾ ਦਾ ਰਿਕਾਰਡ ਜਾਂ ਤਾਂ ਵੇਖੋ ਲਿਖ ਕੇ ਸਟੋਰ ਕੀਤੀ ਜਾਂਦੀ ਹੈ ਸਾਰੀ ਸੂਚਨਾ, ਜਾਂ ਅੱਜ ਕੱਲ੍ਹ ਕੰਪਿਊਟਰ ਆ ਗਏ ਨੇ ਤਾਂ ਕੰਪਿਊਟਰਾਂ ਦੇ ਵਿੱਚ ਸਾਰੀ ਸੂਚਨਾ ਸਟੋਰ ਕੀਤੀ ਜਾਂਦੀ ਹੈ, ਤਾਂ ਕਿ ਲੋੜ ਪੈਣ ਤੇ ਵੱਡੇ ਫੈਸਲੇ ਲੈਣ ਤੇ ਜਦੋਂ ਵੀ ਪ੍ਰਬੰਧਕ ਉਹ ਸੂਚਨਾ ਨੂੰ ਮੰਗਦੇ ਹਨ ਤਾਂ ਉਸੇ ਵੇਲੇ ਹੀ ਉਸ ਚੀਜ਼ ਨੂੰ ਹਾਜ਼ਰ ਕੀਤਾ ਜਾਂਦਾ ਹੈ, ਰਿਕਾਰਡ ਕਰਕੇ ਆਪਣੇ ਕੋਲੇ ਮੇਨਟੇਨ ਕੀਤਾ ਜਾਂਦਾ ਹੈ। ਰਿਕਾਰਡ ਨੂੰ ਨਗਦੀ ਦਾ, ਰੋਜ਼ਾਨਾ ਦੀ ਨਗਦੀ ਦਾ ਲੈਣ ਦੇਣ ਰਜਿਸਟਰ ਦਰਜ ਵਿੱਚ ਕੀਤਾ ਜਾਂਦਾ ਹੈ, ਹਾਜ਼ਰੀਆਂ ਦਰਜ ਕੀਤੀਆਂ ਜਾਂਦੀਆਂ ਹਨ, ਮਜ਼ਦੂਰੀ ਕਿੰਨੀ ਕਿਹਨੂੰ ਦੇ ਦਿੱਤੀ ਹੈ, ਕੰਪਨੀ ਨੇ ਕੀ ਮੀਟਿੰਗਾਂ ਕੀਤੀਆਂ, ਕੰਪਨੀ ਨੇ ਕਿਵੇਂ ਸਾਰੇ ਪ੍ਰਬੰਧ ਨੂੰ ਚਲਾਉਣ ਵਾਸਤੇ ਸਾਰਾ ਸਿਸਟਮ ਜੋ ਵੀ ਹੈ ਉਹ ਹਰ ਚੀਜ਼ ਦੀ ਸੂਚਨਾ ਨੂੰ ਰਿਕਾਰਡ ਕੀਤਾ ਜਾਂਦਾ ਹੈ, ਤਾਂ ਕਿ ਕਾਨੂੰਨੀ ਤੌਰ ਤੇ ਵੀ ਜਦੋਂ ਕਿਸੇ ਵੀ ਚੀਜ਼ ਦੀ ਲੋੜ ਪੈਂਦੀ ਹੈ ਉਹ ਸੂਚਨਾ ਉਪਲਬਧ ਕਰਾਈ ਜਾ ਸਕੇ। ਹਰ ਤਰ੍ਹਾਂ ਦੇ ਸਿਸਟਮ ਨੂੰ ਰਿਕਾਰਡ ਕਰਕੇ ਰੱਖਿਆ ਜਾਂਦਾ ਹੈ ਔਰ ਸਾਲ ਦਰ ਸਾਲ ਹਰ ਵਕਤ ਯਾਨੀ ਪੁਰਾਣੀ ਕਿਸੇ ਸੂਚਨਾ ਦੀ ਲੋੜ ਹੈ ਤਾਂ ਆਪਾਂ ਨੂੰ ਉਸੇ ਵੇਲੇ ਆਫਿਸ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਰਿਕਾਰਡ ਨੂੰ ਸੰਭਾਲਣਾ, ਰਿਕਾਰਡ ਨੂੰ ਲਿਖਤੀ ਯਾਨੀ ਰਜਿਸਟਰਾਂ ਦੇ ਵਿੱਚ, ਕਾਗਜ਼ਾਂ ਦੇ ਵਿੱਚ ਸੰਭਾਲ ਕੇ ਰੱਖਿਆ ਜਾਂਦਾ ਹੈ ਔਰ ਅੱਜ ਕੱਲ੍ਹ ਜਿਵੇਂ ਇਲੈਕਟ੍ਰੋਨਿਕ ਢੰਗਾਂ ਦੇ ਨਾਲ ਸਾਰੀ ਸੂਚਨਾ ਨੂੰ ਰਿਕਾਰਡ ਕਰਕੇ ਰੱਖਿਆ ਜਾਂਦਾ। ਈਵਨ ਇੱਕ ਸਟੋਰ ਰੂਮ ਬਣਿਆ ਹੁੰਦਾ ਹੈ ਜਿਹਦੇ ਵਿੱਚ ਹਰ ਮਹੀਨੇ, ਹਰ ਸਾਲ, ਪੁਰਾਣੇ ਸਾਲਾਂ ਦਾ ਸਾਰਿਆਂ ਦਾ ਰਿਕਾਰਡ ਜਿਹੜਾ ਹੈ ਉਸ ਨੂੰ ਸੰਭਾਲਿਆ ਜਾਂਦਾ ਹੈ। ਸੂਚਨਾ ਦਾ ਪ੍ਰੋਸੈਸਿੰਗ ਆਫ ਦਾ ਇਨਫੋਰਮੇਸ਼ਨ, ਸੂਚਨਾ ਦਾ ਪ੍ਰਕਿਰਿਆਕਰਨ ਕਰਨਾ, ਯਾਨੀ ਉਸ ਸੂਚਨਾ ਨੂੰ ਕੰਪਿਊਟਰ ਦੇ ਰਾਹੀਂ ਮੀਟਿੰਗਸ ਦੇ ਵਿੱਚ ਉਹਨਾਂ ਦਾ ਹਰ ਰੋਜ਼ ਵਿਸ਼ਲੇਸ਼ਣ ਕੀਤਾ ਜਾਂਦਾ ਹੈ, ਤਾਂ ਕਿ ਵੇਖੋ ਜਿੰਨੀ ਦੇਰ ਤੱਕ ਬੇਟੇ ਕਿਸੇ ਬਿਜ਼ਨਸ ਦੇ ਅੰਕੜੇ ਜਾਂ ਰਿਕਾਰਡ ਉਪਲਬਧ ਨਹੀਂ ਹੈਗੇ, ਜੇ ਕਿਸੇ ਬਿਜ਼ਨਸ ਨੂੰ ਇਹ ਨਹੀਂ ਪਤਾ ਵੀ ਸਾਡੇ ਕੋਲੋਂ ਕੀ ਚਲਾ ਗਿਆ, ਕੀ ਆ ਗਿਆ। ਵੇਖੋ ਤੁਸੀਂ ਅਕਾਊਂਟਸ ਸਿੱਖਦੇ ਹੋ, ਅਕਾਊਂਟਸ ਦੇ ਵਿੱਚ ਕੀ ਹੈ ਬੇਟੇ, ਹਰ ਚੀਜ਼ ਨੂੰ ਜੋ ਵੀ ਬਿਜ਼ਨਸ ਤੋਂ ਬਾਹਰ ਜਾਣੀ ਹੈ ਜਾਂ ਜੋ ਬਿਜ਼ਨਸ ਦੇ ਵਿੱਚ ਆਣੀ ਹੈ, ਹਰ ਚੀਜ਼ ਦੀ ਸੂਚਨਾ ਨੂੰ ਦਰਜ ਕੀਤਾ ਜਾਂਦਾ ਹੈ। ਕੋਈ ਵੀ ਚੀਜ਼ ਬਿਜ਼ਨਸ ਦੇ ਵਿੱਚੋਂ ਨਾ ਤਾਂ ਨੋਟ ਕੀਤੇ ਬਿਨਾਂ ਜਾ ਸਕਦੀ ਹੈ ਔਰ ਨਾ ਹੀ ਆ ਸਕਦੀ ਹੈ, ਤਾਂ ਇਹ ਇਸ ਕਰਕੇ ਕੀਤਾ ਜਾਂਦਾ ਹੈ ਤਾਂ ਕਿ ਲੋੜ ਪੈਣ ਤੇ ਉਸ ਸਾਰੀ ਸੂਚਨਾ ਦਾ ਵਿਸ਼ਲੇਸ਼ਣ ਕੀਤਾ ਜਾ ਸਕੇ, ਸਾਨੂੰ ਘਾਟਾ ਹੋ ਰਿਹਾ ਹੈ, ਸਾਨੂੰ ਫਾਇਦਾ ਹੋ ਰਿਹਾ ਹੈ, ਇਹ ਸਾਰੀਆਂ ਚੀਜ਼ਾਂ ਦਾ ਵਿਸ਼ਲੇਸ਼ਣ ਆਫਿਸ ਦੇ ਵਿੱਚ ਕੀਤਾ ਜਾਂਦਾ ਹੈ। ਇਸ ਸੂਚਨਾ ਨੂੰ ਤਰਤੀਬਬੱਧ ਕਰਨਾ, ਯਾਨੀ ਤਰਤੀਬਬੱਧ ਕਰਕੇ ਰੱਖਿਆ ਜਾਂਦਾ ਹੈ ਤਾਂ ਕਿ ਲੋੜ ਪੈਣ ਤੇ ਜੇ ਸਰਕਾਰ ਦੁਆਰਾ ਜਾਂ ਵਿੱਤੀ ਵਿਭਾਗਾਂ ਦੁਆਰਾ ਜਾਂ ਇਨਕਮ ਟੈਕਸ ਦੁਆਰਾ ਜਾਂ ਸੇਲ ਟੈਕਸ ਦੁਆਰਾ ਕਿਸੇ ਵੀ ਤਰ੍ਹਾਂ ਦੀਆਂ ਸੂਚਨਾਵਾਂ, ਚਾਹੇ ਉਹ ਕਰਮਚਾਰੀਆਂ ਦੇ ਸੰਬੰਧ ਵਿੱਚ ਹੋਣ, ਚਾਹੇ ਕੰਪਨੀ ਦੇ
प्रोडक्शन या कंपनी की सेल के संबंध में होण, हर तरह ਦੀਆਂ सूचनावां ਨੂੰ ਤਰਤੀਬਬੱਧ करके रखा जाता है ताकि लोड़ पैण ते उसकी वरतों की जा सके। नैक्सट है वरतों लई सूचना उपलब्ध कराना। जदों भी उसकी लोड़ पैंदी है किसी भी विभाग नूं, चाहे वो उपर हैड ऑफिस वालिਆਂ ਨੂੰ लोड़ पैंदी है तां भी, ते चाहे वो नीचे काम करने वालिਆਂ ਨੂੰ लोड़ पैंदी है, चाहे वो किसी विभाग यानी सेल टैक्स इनकम टैक्स विभागां ਨੂੰ लोड़ पैंदी है, तो वो सूचना भेजण वास्ते उपलब्ध करवाई जाती है। किन्ना वल्लों? ऑफिस वल्लों। अगे है अकाउंट्स की तैयारी, यानी लेखियां की तैयारी करना। लेखे यानी अकाउंट्स, प्रैपरेशनस ऑफ अकाउंट्स, ਇਹਦੀ ਲੋੜ ਕਾਹਦੇ ਵਾਸਤੇ ਪੈਂਦੀ है? कोई भी संस्था जिन्नी देर तक वो आपदा रिकॉर्ड नहीं पूरा मेनटेन करती, किन्नी असी साडा किन्ना खर्चा हो रहा है, किन्नी असी सेल कर रहे हैं, ਉਹਦੇ ਤੋਂ ਸਾਨੂੰ ਕੀ लाभ हो रहा है, की आमदन हो रही है, हर तरह की हर एंट्री का रिकॉर्ड जिहड़ा है रखा जाता है। फिर स्टॉक रजिस्टर मेनटेन किए जाते हैं, साडी किन्नी जायदाद है, किन्नी असी मार्केट तो लेना है, किन्ना असी मार्केट दे विच पैसा देना है, साल दे विच किन्ना असी लाभ प्राप्त किया, कुल विक्री किन्नी की, असी माल कच्चा किन्ने दा खरीदिया, पिछले सालों के नाल उन्हां दा तुलनात्मक अध्ययन किया जाता है भी असी अगे वध रहे हैं या असी पिछे जा रहे हैं। तो ये सारे कारज बेटे जिहड़े मुढ़ले कारज हैं जिहड़ा कि ऑफिस करता है। इस तो बाद बेटे सैकेंडरी कारज आ जाते हैं जिन्हां नूं आपां द्वितीय कारज भी कहते हाँ। इहदे विच ही आ जाते हैं प्रबंधकी कारज, यानी ऑफिस कल्ला इन्हां रिकॉर्ड या इन्हां सूचनावां नूं मेनटेन करन दा काम ही नहीं करता, बल्कि हर काम की प्लैनिंग जिहड़ी है वो इस ऑफिस दे द्वारा ही की जाती है। प्लैनिंग यानी नियोजन या योजनाबंदी, यानी कि उद्देश्य हैं तुहाडे बिजनेस दे, उहदे लई बजट तैयार करना, उहदे लई प्रोग्राम तैयार करने, उहदे लई कारज देना। जिन्ने भी तुहाडे नीचे इंपलॉय काम कर रहे हैं उन्हां नूं की साडी कंपनी का उद्देश्य है उस दे अकॉर्डिंग उन्होंने काम करने वास्ते पहला ही प्लैनिंग जिहड़ी है ऑफिस दे विच तैयार कर ली जाती है, यानी ऑफिस ही सारी बिजनेस की योजना करन दा काम करता है। फिर अगे बेटे योजना जिहड़ी तैयार कर ली जाती है उस तो बाद उस योजना नूं लागू करना हुंदा है, यानी जो भी नीतियां या योजनावां बना लईआं जांदियां हन उन्हां नूं संगठित कर्मचारी जिहड़े ऑफिस दे विच जिन्ना भी स्टाफ है वो उस सारे जिहड़े काम ने उन्हां नूं अगे जिन्हां तो काम करवाया जाना है उन्हां दे विच काम नूं वंडिया जाता है, उन्हां नूं अधिकार दिते जाते हैं, उन्हां नूं जिम्मेवारियां सौंपीआं जांदियां हन। अलग अलग अधिकारियां दे आपसी अलग अलग विभागां दे आपसी तालमेल बनाउण दा जिहड़ा काम है इहनूं आपां बेटे सारे सिस्टम नूं ऑर्गेनाइज ढंग नाल चलाउण दा काम भी ऑफिस तो ही किया जाता है। नैक्सट है अगे भर्ती करनी या स्टाफिंग करनी, यानी लोड़ पैण ते सानू किस काम वास्ते जो साडे बिजनेस के उद्देश्य हैं उन्हां दे कामां वास्ते सानू किस तरह का स्टाफ चाहिए है, उस तरह के स्टाफ दीआं नियुक्तियां करनियां, उन्हां दा रिकॉर्ड रखना, ये सारा काम भी ऑफिस च हुंदा है। यानी उन्हां नूं अगे नैक्सट है निर्देशन करना। पहला काम है प्लैनिंग, दूजा काम है ऑर्गेनाइज करना, तीजा काम है भर्तियां करनियां नियुक्तियां करनियां और चौथा काम है निर्देशन करना, यानी उन्होंने अगवाई देनी, उन्होंने मोटिवेट करना, उन्होंने निगरानी करनी। यानी जो भी काम दिता गया है कि कला काम देने नाल ही काम पूरा नहीं हो जाता, कि काम जो दिता गया सी वो काम हो भी रहा है, जे नहीं हो रहा तो नैक्सट काम हुंदा है उन्हां दे विच आपसी तालमेल बनाना, यानी जो भी काम दिता गया है वो करयावां वो काम होवे। जो भी टारगेट जिवें फॉर एग्जाम्पल एक मरूती कारां दी कंपनी है, कारां बना रही है, कारां बनाउण उन्होंने 1000 कारां का निर्माण करना है, जो उन्होंने टारगेट दिता गया 1000 कारां बनाउण दा एक महीने का टारगेट दिता गया, तो वो की 1000 कारां कि किसी तालमेल की गड़बड़ करके किते वो जिहड़ा मिथ्या टारगेट है उन्होंने पूरा करन च असीं असमर्था नहीं रह रहे, तो उस टारगेट नूं पूरा करवाउण दा काम भी ऑफिस का ही हुंदा है। यानी जिथे भी कोई प्रॉब्लम आ रही है उस प्रॉब्लम नूं सॉल्व करना, जो टारगेट दिता गया है उन्होंने पूरा करवाना, आपसी विभागां दे विच तालमेल बनवाना, ये भी सारा ऑफिस का काम है। नैक्सट है जो लास्ट कारज हुंदा है कंट्रोल करना, यानी सारे सिस्टम नूं
कंट्रोल करना, यानी जो उद्देश्य मिथ्या गया है बिजनेस का उस सारे सिस्टम ਨੂੰ कंट्रोल करने का काम ਜਿਹੜਾ है लोड़ पैण ਤੇ ਉਹਨਾਂ ਦੀ चैकिंग करनी, चैकिंग ਕਰਨ ਤੋਂ ਬਾਅਦ ਜਿੱਥੇ ਕੋਈ ਕਮੀ ਹੈ ਉਸ ਨੂੰ ਪੂਰਾ ਕਰਵਾਉਣਾ। ਉਹ ਸਾਰਾ ਜਿਹੜਾ ਨਿਯੰਤਰਣ ਦਾ ਕੰਮ, ਕੰਟਰੋਲ ਕਰਨ ਦਾ ਕੰਮ ਉਹ ਆਫਿਸ ਹੀ ਕਰਦਾ ਹੈ। ਇਸ ਤੋਂ ਇਲਾਵਾ ਬੇਟੇ ਹੋਰ ਵੀ ਬੜੇ ਛੋਟੇ ਛੋਟੇ ਕਾਰਜ ਨੇ ਜਿਹੜੇ ਕਿ ਆਫਿਸ ਦੁਆਰਾ ਕੀਤੇ ਜਾਂਦੇ ਹਨ, ਯਾਨੀ ਫੈਸਲਾ ਲੈਣਾ, ਕਰਮਚਾਰੀਆਂ ਦਾ ਮਨੋਬਲ ਉੱਤਾ ਚੱਕਣਾ, ਆਪਸ ਦੇ ਵਿੱਚ ਕੋਆਪਰੇਸ਼ਨ ਨੂੰ ਵਧਾਉਣਾ। ਸਹਾਇਕ ਕਾਰਜ ਨੇ, ਬੜੀ ਤਰ੍ਹਾਂ ਦੇ ਸਹਾਇਕ ਕਾਰਜ, ਛੋਟੇ ਛੋਟੇ ਕਾਰਜ ਜਿਹੜੇ ਨੇ ਉਹ ਵੀ ਆਫਿਸ ਦੇ ਦੁਆਰਾ ਕੀਤੇ ਜਾਂਦੇ ਨੇ, ਯਾਨੀ ਲਾਗਤਾਂ ਦੇ ਵਿੱਚ ਕਮੀ ਕਰਨਾ, ਯਾਨੀ ਲਾਗਤ ਜੋ ਵੀ ਕਿਸੇ ਕਿਸਮ ਦੇ ਕੰਮ ਚੱਲ ਰਹੇ ਹਨ ਉਹਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਵੇਸਟੇਜ ਨਾ ਹੋਵੇ। ਜਿੰਨੀ ਵੇਸਟੇਜ ਘੱਟ ਹੋਏਗੀ ਉਨਾ ਹੀ ਬਿਜ਼ਨਸ ਜਿਹੜਾ ਹੈ ਉਹਦਾ ਲਾਭ ਵੱਧ ਜਾਏਗਾ। ਤਾਂ ਉਸ ਵੇਸਟੇਜ ਨੂੰ ਘੱਟ ਕਰਨ ਦਾ, ਲਾਗਤਾਂ ਦੇ ਵਿੱਚ ਕਮੀ ਕਰਨ ਦਾ ਕੰਮ ਵੀ ਆਫਿਸ ਕਰਦਾ ਹੈ। ਜਿੰਨੀਆਂ ਵੀ ਉਸ ਆਫਿਸ ਦੇ ਅੰਡਰ ਯਾਨੀ ਉਸ ਅਦਾਰੇ ਦੇ ਅੰਦਰ ਸੰਪਤੀਆਂ ਆਉਂਦੀਆਂ ਹਨ ਉਹਨਾਂ ਦੀ ਰੱਖਿਆ ਕਰਨੀ, ਕਰਮਚਾਰੀਆਂ ਦੇ ਯਾਨੀ ਹਰ ਤਰ੍ਹਾਂ ਦੀ ਸੰਪत्ति ਜੋ ਐਸੈਟਸ ਨੇ ਕੰਪਨੀ ਦੇ, ਉਹਨਾਂ ਦੇ ਐਸੈਟਸ ਨੂੰ ਸੰਭਾਲਣਾ, ਉਹਨਾਂ ਦਾ ਰਿਕਾਰਡ ਰੱਖਣਾ, ਉਹਨਾਂ ਦਾ ਸਿਸਟਮ ਨੂੰ ਸਾਰੇ ਮੈਨੇਜ ਕਰਨਾ, ਲੋੜ ਪੈਣ ਤੇ ਉਹਨਾਂ ਦੇ ਬੀਮੇ ਵਗੈਰਾ ਕਰਵਾਉਣੇ ਔਰ ਅੱਛੀ ਤਰ੍ਹਾਂ ਉਸ ਰਿਕਾਰਡ ਨੂੰ ਸੰਭਾਲ ਕੇ ਰੱਖਣਾ। ਸੰਪत्तियां ਦੀ ਰੱਖਿਆ ਕਰਨ ਦਾ ਕੰਮ ਵੀ ਆਫਿਸ ਦੁਆਰਾ ਹੀ ਕੀਤਾ ਜਾਂਦਾ ਹੈ। ਕਰਮਚਾਰੀ ਪ੍ਰਬੰਧ ਦੇ ਕਾਰਜ, ਯਾਨੀ ਕਰਮਚਾਰੀਆਂ ਨਾਲ ਸੰਬੰਧਿਤ ਕਰਮਚਾਰੀਆਂ ਦੀ ਜੇ ਨਿਯੁਕਤੀ ਕਰਨੀ ਹੈ ਤਾਂ ਉਹਨਾਂ ਦੀ ਚੋਣ ਕਿਵੇਂ ਕੀਤੀ ਜਾਣੀ ਹੈ, ਉਹਨਾਂ ਦਾ ਕਿਵੇਂ ਟੈਸਟ ਲੈਣਾ ਹੈ, ਉਹਨਾਂ ਨੂੰ ਕਿਵੇਂ ਨਿਯੁਕਤੀ ਕਰਨੀ ਹੈ, ਕਿਵੇਂ ਉਹਨਾਂ ਦੀ ਲੋੜ ਪੈਣ ਤੇ ਟ੍ਰੇਨਿੰਗ ਕਰਵਾਉਣੀ ਹੈ, ਕਿਹਨਾਂ ਨੂੰ ਪ੍ਰਮੋਸ਼ਨਾਂ ਦੇਣੀਆਂ ਹਨ, ਕਿਹਨਾਂ ਨੂੰ ਨੀਚੇ ਲਿਆਉਣਾ ਹੈ, ਕਿਹਨਾਂ ਨੂੰ ਉੱਪਰ ਕਰਨਾ ਹੈ, ਜਿਹੜਾ ਵਧੀਆ ਕੰਮ ਕਰ ਰਿਹਾ ਹੈ ਉਹਨੂੰ ਕਿਵੇਂ ਉਤਸ਼ਾਹਿਤ ਕਰਨਾ ਹੈ, ਕਰਮਚਾਰੀਆਂ ਦਾ ਰਿਕਾਰਡ ਸਾਰਾ ਰੱਖਣਾ, ਕੌਣ ਕਿੰਨੀ ਤਨਖਾਹ ਲੈ ਰਿਹਾ ਹੈ, ਹਰ ਚੀਜ਼ ਦਾ ਜਿਹੜਾ ਹਿਸਾਬ ਕਿਤਾਬ ਰਿਕਾਰਡ ਜਿਹੜਾ ਹੈ ਉਹ ਆਫਿਸ ਦੁਆਰਾ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਜਿਹੜਾ ਬਹੁਤ ਵੱਡਾ ਕਾਰਜ ਆਫਿਸ ਕਰਦਾ ਹੈ ਉਹ ਹੈ ਲੋਕ ਸੰਪਰਕ ਦਾ ਕਾਰਜ, ਯਾਨੀ ਜਦੋਂ ਵੀ ਕੋਈ ਬਾਹਰ ਦਾ ਵਿਅਕਤੀ ਆਂਦਾ ਹੈ ਤੁਹਾਡੇ ਅਦਾਰੇ ਦੇ ਵਿੱਚ ਤਾਂ ਸਭ ਤੋਂ ਪਹਿਲੇ ਉਹਨੇ ਆਫਿਸ ਜਾਣਾ ਹੈ, ਯਾਨੀ ਤੁਸੀਂ ਉਹਨਾਂ ਦਾ ਸਵਾਗਤ ਵੀ ਕਰਦੇ ਹੋ, ਤੁਸੀਂ ਉਹਨਾਂ ਨੂੰ ਜੋ ਸੂਚਨਾਵਾਂ ਦੀ ਲੋੜ ਹੁੰਦੀ ਹੈ ਉਹ ਉਪਲਬਧ ਕਰਵਾਉਂਦੇ ਹੋ। ਉਹ ਤੁਹਾਡਾ ਗ੍ਰਾਹਕ ਹੋ ਸਕਦਾ ਹੈ ਜੋ ਤੁਹਾਡੀ ਕੰਪਨੀ ਤੋਂ ਮਾਲ ਲੈਣ ਆਇਆ ਹੈ, ਤੁਹਾਡਾ ਕੋਈ ਹੋਰ ਕਿਸੇ ਧਿਰ ਦਾ ਨੁਮਾਇੰਦਾ ਹੋ ਸਕਦਾ ਹੈ। ਉਹਨਾਂ ਸਾਰਿਆਂ ਨੂੰ ਵੈਲਕਮ ਕਰਨਾ ਔਰ ਲੋੜੀਂਦੀ ਸੂਚਨਾ ਉਪਲਬਧ ਕਰਵਾਉਣ ਦਾ ਕੰਮ ਵੀ ਆਫਿਸ ਹੀ ਕਰਦਾ ਹੈ। ਹੋਰ ਜਿਹੜਾ ਵੀ ਜੋ ਵੀ ਚੀਜ਼ਾਂ ਦੀ ਲੋੜ ਹੁੰਦੀ ਹੈ ਉਹਨਾਂ ਦੀ ਪੂਰਤੀ ਕਰਵਾਉਣਾ, ਯਾਨੀ ਲਿਖਣ ਵਾਸਤੇ ਜਾਂ ਰਿਕਾਰਡ ਨੂੰ ਸੰਭਾਲਣ ਵਾਸਤੇ ਜਿਸ ਤਰ੍ਹਾਂ ਦੀ ਵੀ ਸਮਾਨ ਦੀ ਲੋੜ ਹੁੰਦੀ ਹੈ ਉਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਉਪਲਬਧ ਕਰਵਾਉਣ ਦਾ ਕੰਮ ਵੀ ਆਫਿਸ ਕਰਦਾ ਹੈ। ਜਿੱਥੇ ਰਿਕਾਰਡ ਸੰਭਾਲਿਆ ਜਾਂਦਾ ਹੈ, ਜਿੱਥੇ ਰਜਿਸਟਰ ਸੰਭਾਲੇ ਜਾਂਦੇ ਹਨ, ਉੱਥੇ ਉਹਨਾਂ ਨੂੰ ਕੋਈ ਖਰਾਬ ਨਾ ਕਰ ਜਾਵੇ, ਉਹਨਾਂ ਨੂੰ ਸ਼ਾਰਟ ਸਰਕਟ ਨਾ ਹੋ ਜਾਵੇ, ਉਹਨਾਂ ਦੇ ਵਿੱਚ ਅੱਗ ਨਾ ਲੱਗ ਸਕੇ, ਉਹਨੂੰ ਪਾਣੀ ਦੇ ਨਾਲ ਖਰਾਬ ਨਾ ਹੋ ਜਾਣ ਜਾਂ ਧੁੱਪ ਨਾਲ ਉਹ ਖਰਾਬ ਨਾ ਹੋ ਜਾਣ ਜਾਂ ਚੂਹੇ ਨਾ ਉਸ ਰਿਕਾਰਡ ਨੂੰ ਕੁਤਰ ਜਾਣ। ਇਸ ਤਰ੍ਹਾਂ ਦੇ ਸਾਰੇ ਸਿਸਟਮ ਨੂੰ ਵੀ ਸੰਭਾਲਣ ਦਾ ਜਿਹੜਾ ਕੰਮ ਹੈ ਔਰ ਹਰ ਤਰ੍ਹਾਂ ਦੇ ਪ੍ਰਬੰਧ ਕਰਨ ਦਾ ਕੰਮ ਵੀ ਆਫਿਸ ਹੀ ਕਰਦਾ ਹੈ। ਲੋੜ ਪੈਣ ਤੇ ਕਿੰਨੇ ਸਮਾਨ ਦੀ ਲੋੜ ਹੈ ਜਾਂ ਜਿਹੜੇ ਕੰਪਿਊਟਰਸ ਨੇ ਉਹਨਾਂ ਦੇ ਡਿਸਕ ਵਗੈਰਾ ਖਰਾਬ ਨਾ ਹੋ ਜਾਣ ਜਾਂ ਉਹਨਾਂ ਡਿਸਕ ਜਿਹੜੀਆਂ ਹੁੰਦੀਆਂ ਨੇ ਜਾਂ ਹਾਰਡ ਡਿਸਕ ਹੁੰਦੀਆਂ ਨੇ ਜਾਂ ਫਲੋਪੀਜ਼ ਹੁੰਦੀਆਂ ਨੇ ਜਾਂ ਜੋ ਵੀ ਰਿਕਾਰਡ ਹੁੰਦਾ ਹੈ ਉਹਨੂੰ ਸੰਭਾਲ ਕੇ ਰੱਖਣ ਦਾ ਕੰਮ ਆਫਿਸ ਦਾ ਹੀ ਹੁੰਦਾ ਹੈ। ਹੋਰ ਜਿਹੜੇ ਦਫ਼ਤਰੀ ਉਪਕਰਨ ਨੇ, ਜਿੰਨੀਆਂ ਵੀ ਮਸ਼ੀਨਾਂ ਨੇ ਜਾਂ ਆਫਿਸ ਦਾ ਸਮਾਨ ਹੈ, ਟੇਬਲ, ਚੇਅਰਸ, ਕੁਰਸੀਆਂ, ਉਹਨਾਂ ਨੂੰ ਖਰੀਦਣਾ, ਲੋੜ ਪੈਣ ਤੇ ਕੰਪਨੀ ਦੇ ਸਾਰੇ ਸਿਸਟਮ ਜਿੱਥੇ ਲੋੜ ਪੈਂਦੀ ਹੈ ਉਹਦੀ ਮੁਰੰਮਤ ਕਰਵਾਉਣੀ, ਇਹ ਵੀ ਸਾਰਾ ਕੰਮ ਆਫਿਸ ਹੀ ਕਰਦਾ ਹੈ। ਤਾਂ ਇਹ ਬੇਟੇ ਸਾਰੇ ਕਾਰਜ ਹਨ ਜਿਹੜੇ ਕਿ ਆਫਿਸ ਦੇ ਦੁਆਰਾ ਕੀਤੇ ਜਾਂਦੇ ਹਨ। ਬੇਟੇ ਇਹਨਾਂ ਦੇ ਮਗਰ ਛੋਟੇ ਛੋਟੇ ਪ੍ਰਸ਼ਨ ਦਿੱਤੇ ਹੋਏ ਨੇ, ਉਹ ਸਾਰੇ ਪ੍ਰਸ਼ਨ ਜਿਹੜੇ ਨੇ ਜਿੰਨਾ ਵੀ ਮੈਂ ਤੁਹਾਨੂੰ ਬੋਲ ਕੇ ਦੱਸਿਆ ਹੈ ਜਾਂ ਸਮਝਾਇਆ ਹੈ ਉਹਦੇ ਤੋਂ ਤੁਹਾਨੂੰ ਇਹ ਛੋਟੇ ਛੋਟੇ ਪ੍ਰਸ਼ਨ ਕਰਨੇ ਬੜੇ ਆਸਾਨ ਨੇ। ਤੁਸੀਂ ਬਹੁਤ ਛੋਟੇ ਪ੍ਰਸ਼ਨ, ਬਹੁਤ 94 ਪ੍ਰਸ਼ਨ ਯਾਨੀ ਮਲਟੀਪਲ ਚੋਇਸ ਕੁਐਸਚਨ ਜਿਹੜੇ ਅੱਜ ਕੱਲ੍ਹ ਤੁਹਾਡੇ ਪੇਪਰਾਂ ਵਿੱਚ ਵੀ ਆ ਰਹੇ ਨੇ, ਖਾਲੀ ਥਾਵਾਂ, ਟਰੂ ਫਾਲਸ, ਇਹ ਕੁਐਸਚਨਸ ਕਰ ਲੈਣੇ ਨੇ ਔਰ ਛੋਟੇ ਛੋਟੇ ਉੱਤਰਾਂ ਵਾਲੇ ਜਿਹੜੇ ਪ੍ਰਸ਼ਨ ਨੇ ਉਹ ਵੀ ਚੰਗੀ ਤਰ੍ਹਾਂ ਕਰ ਲੈਣੇ ਨੇ। ਉਮੀਦ ਕਰਦਾ ਹਾਂ ਇਸ ਚੈਪਟਰ ਨੂੰ ਤੁਸੀਂ ਬੜੇ ਹੀ ਵਧੀਆ ਢੰਗ ਨਾਲ ਧਿਆਨ ਨਾਲ ਕਰੋਗੇ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ।